ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਰ ਬੁਲੰਦੀ ਬਖਸ਼ੀ। ਅਕਾਲ ਪੁਰਖ ਦੇ ਹੁਕਮ ਵਿੱਚ ਜੋ ਖਾਲਸਾ ਪੰਥ ਸਾਜਿਆ ਗਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਮੌਜ ਵਿੱਚ ਜੋ ਖਾਲਸਾ ਪੰਥ ਪ੍ਰਗਟ ਹੋਇਆ, ਮਾਤਾ ਸਾਹਿਬ ਦੇਵਾ ਜੀ ਨੂੰ ਖਾਲਸੇ ਦੀ ਮਾਤਾ ਦਾ ਰੁਤਬਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰਤ ਦਾ ਗੌਰਵ ਹੋਰ ਉੱਚਾ ਚੁੱਕ ਦਿੱਤਾ। ਦੁਨੀਆ ਵਿੱਚ ਸਭ ਤੋਂ ਸਰਵਉੱਚ ਪੰਥ ਦੀ ਮਾਤਾ ਐਲਾਨ ਦਿੱਤਾ। ਇਤਨਾ ਅਦਬ ਇਸਤਰੀ ਜਾਤ ਨੂੰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ। ਪਿਤਾ ਭਾਈ ਰਾਮੂ ਬਸੀ ਖੱਤਰੀ ਨੇ, ਜਿਨ੍ਹਾਂ ਦੀ ਗੋਦ ਵਿੱਚ ਇਹ ਮਾਤਾ ਖੇਡੀ ਹੈ, ਔਰ ਜਿਸ ਕੁੱਖ ਚੋਂ ਆਗਾਜ਼ ਹੋਇਆ ਉਹਦਾ ਨਾਮ ਮਾਤਾ ਜਸਦੇਈ ਜੀ ਹੈ। ਉਹ ਪਾਕ ਨਗਰ ਰੋਹਤਾਸ ਹੈ, ਜ਼ੇਹਲਮ ਡਿਸਟ੍ਰਿਕਟ ਹੈ, ਅੱਜ ਕੱਲ੍ਹ ਪਾਕਿਸਤਾਨ ਕਹਿ ਲਵੋ। ਉਸ ਰੂਹੇ ਜ਼ਮੀਨ ਤੇ ਮਾਤਾ ਜੀ ਦਾ ਆਗਾਜ਼ 18 ਕੱਤਕ 1738 ਬਿਕਰਮੀ ਨੂੰ ਹੁੰਦਾ ਹੈ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਆਨੰਦ ਕਾਰਜ 18 ਵੈਸਾਖ 1757 ਬਿਕਰਮੀ ਨੂੰ। ਇੱਕ ਸਾਲ ਬਾਅਦ ਖਾਲਸਾ ਪੰਥ ਦੀ ਸਾਜਨਾ ਦੇ ਇੱਕ ਸਾਲ ਬਾਅਦ ਗੁਰੂ ਕੇ ਮਹਿਲ ਬਣਦੇ ਨੇ ਮਾਤਾ ਸਾਹਿਬ ਦੇਵਾ ਜੀ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਇਹ ਰਿਸ਼ਤਾ ਕਿਵੇਂ ਜੁੜਦਾ ਹੈ, ਧਿਆਨ ਦਿਓ। ਕਿ ਜਿਹੜਾ ਭਾਈ ਰਾਮੂ ਹੈ ਨਾ, ਖੱਤਰੀ ਸਿੱਖ, ਗੁਰੂ ਨਾਨਕ ਨੂੰ ਆਪਣਾ ਮੁਰਸ਼ਦ ਮੰਨਦੇ ਨੇ। ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਤੇ ਗੁਰੂ ਕਿਆਂ ਅੱਗੇ ਅਰਦਾਸ ਕੀਤੀ ਗਈ, ਬੇਨਤੀ ਕੀਤੀ ਗਈ। ਘਰ ਵਿੱਚ ਇੱਕ ਬੱਚੀ ਦਾ ਆਗਾਜ਼ ਹੋਇਆ। ਹੁਣ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਘਰ ਵਿੱਚ ਬੱਚੀ ਪੈਦਾ ਹੋਈ ਤੇ ਉਹ ਗੁਰੂ ਨਾਨਕ ਸਾਰਿਆਂ ਦਾ ਖਸਮ ਹੈ, ਸਾਹਿਬ ਹੈ, ਸਭ ਤੇ ਵੱਡਾ। ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਤੇ ਜੋ ਸਾਹਿਬ ਨੇ ਦਿੱਤਾ ਹੋਵੇ ਉਹਦਾ ਨਾਮ ਰੱਖ ਦਿੱਤਾ ਗਿਆ ਸਾਹਿਬ ਦੇਵੀ, ਵੀ ਸਾਹਿਬ ਨੇ ਇਹ ਦਾਤ ਦਿੱਤੀ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਦਾਤ ਹਾਸਲ ਹੋਈ ਹੈ। ਵੇਖੋ ਬਾਣੀ ਦਾ ਬੋਲ ਹੈ, ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ। ਗੁਰੂ ਪਾਤਸ਼ਾਹ ਝੋਲੀਆਂ ਭਰਨ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਗੁੱਜੀ ਸ਼ਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁਰੂ ਨਾਨਕ ਹੀ ਝੋਲੀਆਂ ਭਰਨ ਵਾਲੇ ਨੇ। ਹੁਣ ਜਨਮ ਸੰਸਕਾਰ ਸਮੇਂ ਹੀ ਮਾਤਾ ਪਿਤਾ ਨੇ ਇਹ ਧਾਰ ਲਿਆ ਸੀ ਵੀ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਤੇ ਸਮਾਂ ਆਉਣ ਤੇ ਇਹ ਗੁਰੂ ਕੀ ਅਮਾਨਤ ਗੁਰੂ ਕੇ ਚਰਨਾਂ ਵਿੱਚ ਹੀ ਅਰਪਿਤ ਕਰ ਦੇਣੀ ਹੈ। ਭਾਵਨਾ ਸੀ ਉਹਨਾਂ ਦੀ। ਹੁਣ ਜਿਹੜੇ ਮਾਤਾ ਪਿਤਾ ਗੁਰਮਤੀਏ ਹੁੰਦੇ ਨੇ ਨਾ, ਉਹ ਬੱਚੇ ਨੂੰ ਸਿੱਖਿਆ ਕੀ ਦਿੰਦੇ ਨੇ? ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਤਾ ਪਿਤਾ ਗੁਰਮਤੀਏ ਜਦੋਂ ਵੇਖੋਗੇ, ਉਹ ਆਪਣੇ ਬੱਚੇ ਨੂੰ ਇਹੀ ਅਸੀਸ ਦਿੰਦੇ ਨੇ ਵੀ ਤੈਨੂੰ ਨਾਨਕ ਨਿਰੰਕਾਰੀ ਅਕਾਲ ਪੁਰਖ ਭੁੱਲੇ ਨਾ। ਗੁਰਮਤੀਆਂ ਵਾਲਾ ਉਪਦੇਸ਼ ਦਿੰਦੇ ਨੇ। ਹੁਣ ਮਾਤਾ ਪਿਤਾ ਗੁਰਮਤੀਏ ਸਨ, ਔਰ ਸਦੀਵੀ ਇੱਛਾ ਸੀ ਕਿ ਸਾਹਿਬ ਦੇਵੀ ਗੁਰਮਤ ਦੀ ਧਾਰਨੀ ਹੋਵੇ। ਹੁਣ ਉਹ ਇਹ ਨਹੀਂ ਨਾ ਜਾਣਦੇ ਵੀ ਇਹ ਇਸ ਮਾਈ ਦਾ ਸੰਜੋਗ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨਾਲ ਹੈ, ਔਰ ਇਹ ਮਾਈ ਦੁਨੀਆ ਦੇ ਉੱਤੇ ਹੋਰਾਂ ਬੱਚੀਆਂ ਦਾ ਆਗਾਜ਼ ਹੁੰਦਾ ਹੈ। ਉਹਨਾਂ ਵਰਗਾ ਇਹਦਾ ਮਰਾਤਬਾ ਨਹੀਂ, ਇਹ ਪਰਮਾਤਮਾ ਦੀ ਯਾਦ ਸ਼ਕਤੀ ਹੈ।
बचपन तो ही सुखमणी साहब, जपजी साहब, आसा दी वार, पाक बाणी का अभ्यास करना, बाणी बड़ी मिठड़ी आवाज़ विच पढ़नी, संगतां ने प्रेम सहित सुननी। दास एक बार फिर बेनती करे, महापुरुषां भी कीती है, बीबियां नूं बेनती है भी बच्चियां नूं थोड़ा जिहा साਂਭ के रखो, नहीं तो लंगर पानी इन्हां नूं छकाओ, सारी संगत का रस खराब हुंदा है। वो रौला पाया फिर ध्यान प्रचारक का भी टुट जाता, भी कथा कित्थे चलदी है, ते सुनन वालियां दा भी टुट जाता। और ये मेला तो है नहीं, ये गुरमत समागम है और उस माता साहिब देवा जी की याद नूं समर्पित है, जिहड़ी सदीवी अकाल पुरख गुरु गोबिंद सिंह की याद विच अंतर ध्यान होके इन्ना लंबेरा चौंकड़ा मारदी सी भी उहदे चौंकड़े का कोई अंत नहीं पा सकता। इन्नी शांत चित माता, ते आपां इत्थे मच्छी वेचनी लाई है, थोड़ा जिहा बच्चिआं नूं काबू विच रखो, नहीं तो लंगर छका के लियाओ इन्हां नूं। इत्थे संगत नूं मन दी खुराक लैण दिओ ते इन्हां नूं तन दी खुराक छकाओ, लंगर चल रहे ने। दीन दुनिया दे मालक गुरु गोबिंद सिंह साहिब सच्चे पातशाह वाल नूं देव ने तैसी हुई ये परिवार जावेगा। इच्छा सी गुरु के दर उत्ते गुरु की अमानत नूं चढ़ावे वजों दे आउणा है। हुण कुछ देव ने तैसी है, माई साहिब देवा जी दे अंदर भी ये एक इच्छा है भी गुरु परमेश्वर नूं ही भरना है। कोई पुराने संस्कार, क्योंकि खेड जन्मां जन्मांतरां दी होती है। कई बार दुनिया ते आपां आउणे आ किते ही जन्म थोड़ी है। कबीर जी कहंदे ऐसे घर हम बहुत बसाए, जब हम राम गर्भ होए आए। हुण गुरु की अमानत है, बाणी बड़ी माता जी पढ़ते ने, मिठड़े बोल संगत नूं सुणाउंदे ने, ते सारी इलाके दी जेहलम दे इलाके दी संगत ने बड़ा अदब करना, बड़ा सत्कार करना। अज समा आया दीन दुनिया दे मालक गुरु गोबिंद सिंह दे दीदारियां नूं, आनंदां दी पुरी नूं, जेहलम दे इलाके तो ਜਿਹੜੀਆਂ ਸੰਗਤਾਂ ने दीदारे करन गुरु पातशाह दे चल पईयां। क्योंकि 6 महीने संगतां गुरु के दर्शन करन दसवंध लैके जो भी खेती बाड़ी का मेहनत मुशक्कत का सी जाया करदियां सन। उदों इन्ने साधन ते है नहीं सी भी रोज़ गुरां दे दर्शन हो जाण। हुण ते गड्डी भजाओ ते रोज़ दीदारे करो गुरु दे। हुण संगतां दीदारे करन पोटो हार दियां चल पईयां। 1757 बिक्रमी संमत है, अमृत संचार हो चुकिया है। भाई नंद लाल ने बड़ा कमाल का बचन किया, कहंदा है गुरु गोबिंद सिंह दी अजमत ऐसी है, उहदा बख्शिया अमृत ऐसा है, गिद्दड़ा नूं मनसूर बनाया उसदे अमृत ने। मनसूर कहंदे ने जितन वाले ने। बड़े पाक बोल ने उस महापुरुष दे, कहंदा शेराने अफवाजे मनसूरे यका ताज, कहंदा कला कला लखां नूं जितन वाला मनसूर बनाया गुरु गोबिंद दे थापड़े ने। गुरु गोबिंद सिंह दी बख्शी खंडे दी पौल ने मनसूर बना दिता। दबे कुचलिया नूं तख्तां ताजां दे वारस बना दिता। ਉਹਦੇ ਅੰਮ੍ਰਿਤ ਦੀ ਤਾਕਤ ਸੀ। ਖੈਰ ਖਾਲਸਾ ਪੰਥ ਦੀ ਸਿਰਜਣਾ ਹੋ ਚੁੱਕੀ ਸੀ। 1757 ਬਿਕਰਮੀ ਸੰਮਤ ਦੇ ਵਿੱਚ ਭਾਈ ਰਾਮੂ ਜੀ ਪੋਠੋਹਾਰ ਦੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਆਪਣੀ ਲਖਤੇ ਜਿਗਰ ਸੁਪੁੱਤਰੀ ਸਾਹਿਬ ਦੇਵਾ ਜੀ ਨੂੰ ਨਾਲ ਲੈ ਕਰਕੇ ਆਨੰਦਾਂ ਦੀ ਪੁਰੀ ਗੁਰੂ ਗੋਬਿੰਦ ਸਿੰਘ ਦੇ ਪਾਕ ਕਦਮਾਂ ਦੇ ਵਿੱਚ ਕਦਮਬੋਸੀ ਕਰਨ ਪਹੁੰਚੇ। और कवि संतोख सिंह जी महाराज ने बाकमाल इतिहास चितरिया, बड़ी पुरजोर कलम है उसकी। दास तकरीबन
हर स्टेज ते बेनती करदा हुंदा भी जे वो महापुरुष कलम ना चुकदा ते साडे कोल 10 पातशाहियां दा इतिहास, गुरु परिवारां दा इतिहास, शहीदां दा इतिहास, 9.5-10 लाख जिहड़ी कुर्बानी है सिख जगत अंदर मकतल ते मकतूल इकट्ठे होए शहादतां होईयां वो इतिहास और चमकौर दी गढ़ी। दुनिया दे अंदर कोई ऐसा गांडीव सूरमा नहीं होया जिहड़ा 1.25 लाख नाल लड़िया होवे ते उत्थे 40 ऐसे सूरमे सन जिन्हां 10 लाख नूं धूल चटाई है। वो 7 ते 9 साल दीयां छोटियां निक्कियां जिंदां ਜਿਹੜੀਆਂ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੇ ਨਾਮਕਰਨ ਹੇਠ ਨੀਆਂ ਦੇ ਵਿੱਚ ਚਿਣੇ ਗਏ ਉਹ ਸਰਹੰਦ ਦਾ ਇਤਿਹਾਸ। गुरु का आगाज किथे होया है, माता कौन है, पिता कौन है, लखते जिगर कौन ने, ज्योति जोत कदों समाए ने, गुरु ग्रंथ साहिब दी पाक बाणी कदों होंद विच आई है, किसने रची है, किस पुरजोर कलम नाल लिखी गई है। अगर कवि संतोख सिंह कलम चुक के इतिहास ना लिखदे ते साडे कोले कुछ भी नहीं सी होना। तां गुरु ग्रंथ साहिब ने कहा सुन साखी मन जप प्यार अजामल उतरिया कहे कबार। साधुआं सतपुरुषां दा लिखिया इतिहास साखियां सुन ते उन्हां साधुआं संतां दे जीवन पढ़ के तैनूं ये अंदर उमंग उठे भी जिवें उन्हां खसम नूं गुरु नानक नूं अकाल पुरख नूं पाया है, तैनूं जांच आ जावे पाउण दी। बाणी सिद्धांत है, सिद्धांत ते चलण वालियां दे इतिहास बनदे ने ते लिखण वाला एक बाबा कवि संतोख सिंह है। ते जिन्नियां भी इतिहासक पुस्तकां बड़े बड़े लेखकां विद्वानां ने लिखियां ने उन्हां दा वजूद कवि संतोख सिंह दा श्री नानक प्रकाश, श्री गुरप्रताप सूरज ग्रंथ है। ऑथेंटिसिटी सारे विद्वानां उत्थों ही लई है। हुण कलम दा जिहड़ा वाली हुंदा है कुछ ना कुछ ते फेर बदल अपने अनुसार सुरती अनुसार कर लैंदा है, पर जितने भी विद्वानां पुस्तकां इतिहास दीयां लिखियां सारियां कवि संतोख सिंह दी कलम नूं लैके लिखियां ने। सो इतिहास बड़ा जरूरी है। तुहानूं इतिहास नालों तोड़न दा यतन कीता जा रहा है और तोड़दे कौन ने, जिन्हां नूं चंगी तरह अपनी मात भाषा पंजाबी भी नहीं आउंदी। बाणी पाक गुरमुखी विच लिखी गई, गुरमुखी दा भी ज्ञान नहीं ते खंडत उस महापुरुष दी कलम नूं करदे ने जिहड़ा बरिज भाषा अरबी, फारसी, संस्कृत, पंजाबी, गुरमुखी विच पुरजोर कलम चलाउंदा, जिहड़ा 60,000 तो उत्ते छंद लिख गया। दुनिया दे विच महाभारत वर्गे महान बड़े बड़े इतिहास के ग्रंथां दे बराबर सूरज प्रकाश की रचना कर गया। एडी लंबेरी रचना कोई कवि कर ही नहीं सकिया। 2-4 जमातां पढ़े नहीं हुंदे, किसी भाषा का ज्ञान नहीं हुंदा ते हत्थ उत्थे पाउंदे ने जिहड़ा कुल इलमां दा ज्ञाता होवे। ते जे आखो भी स्टेज ते जू अग बाली पई है, पंथ नूं आपस विच इकट्ठिया नहीं होण दिंदे आ, वो पासे बह के विचार करिए, कम नवेड़ लईए। फिर तरकवादी महकमा इन्हां एक दरवाजा रखिया, पता नहीं किधर भज जांदे स्टेज ते लैक्चर दे के, लभदे नहीं फिर विचार लईए। विचार इसलिए नहीं करते पल्ले कुछ नहीं है, क्योंकि उस महान रचना का जे एक छंद भी कह दवो ना भी ये छंद जिहड़ा कवि संतोख सिंह ने लिखिया, ये भाषा दस दिओ किहड़ी है। आ जिहड़ा एक छंद है संस्कृत का है, फारसी का है, जाए ब्रिज भाषा का है, किस भाषा का है, उन्होंने ये भी समझ नहीं होगी भी इस छंद अंदर किहड़ी भाषा है। असी तेरी फलाने का टीका पढ़िया, उन्हें इदां लिखिया, फलाने का टीका पढ़िया, उन्हें इदां लिखा। तो भी कदे अपना भी दिमाग लड़ाया कि लोगों दीयां लिखियां परचियां ही सुनाई जाने हैं स्टेज पे। याद रखिया करो, इतिहास नहीं तो तुहानूं ये भी नहीं पता भी गुरु ग्रंथ साहिब की रचना कित्थे ते किन्ने कीती है। जिहदे बाबत एक नारा बुलंद करदे हो ना, सब सिक्कन को हुक्म है गुरु मान्यो ग्रंथ। ये कित्थे रचना हुई गुरु ग्रंथ साहिब विच ते किते भी नहीं लिखिया। 1660 बिक्रमी संमत 1661 बिक्रमी संमत
1660 ਵਿਕਰਮੀ ਸੰਮਤ ਨੂੰ ਰੰਭਤਾ ਹੋਈ, 61 ਦੇ ਵਿੱਚ ਸੰਪੂਰਨਤਾ ਹੋਈ। ਲਿਖਣ ਵਾਲੇ ਬਾਬਾ ਗੁਰਦਾਸ ਇਹ ਸੂਰਜ ਪ੍ਰਕਾਸ਼ ਵਿੱਚ ਹੀ ਲਿਖਿਆ। ਗੁਰੂ ਗ੍ਰੰਥ ਸਾਹਿਬ ਵਿੱਚ ਪੰਜਾਂ ਪਾਤਸ਼ਾਹੀਆਂ ਦੇ ਨਾਮ ਨੇ, ਗੁਰੂ ਨਾਨਕ ਤੋਂ ਲੈ ਕੇ ਗੁਰ ਅਰਜਨ ਪ੍ਰਤੱਖ ਹਰ। ਬਾਕੀ ਪੰਜ ਪਾਤਸ਼ਾਹੀਆਂ ਦੇ ਨਾਮ ਨਹੀਂ, ਨੌਵੇਂ ਪਾਤਸ਼ਾਹ ਦੀ ਬਾਣੀ ਜ਼ਰੂਰ ਹੈ। ਇਹ ਕਿੱਥੋਂ ਲੱਭੋਗੇ 10 ਨਾਮ? ਇਹ ਲੱਭਣਗੇ ਤੁਹਾਨੂੰ ਦਸਮ ਗ੍ਰੰਥ ਵਿੱਚੋਂ, ਇਹ ਲੱਭਣਗੇ ਤੁਹਾਨੂੰ ਸੂਰਜ ਪ੍ਰਕਾਸ਼ ਵਿੱਚੋਂ। ਯਾਦ ਰੱਖਿਓ, ਤੁਹਾਡੇ ਕੋਲ ਪੰਜ ਪਾਤਸ਼ਾਹੀਆਂ ਦੇ ਨਾਮ ਹੀ ਹੈ ਨਹੀਂ ਜੇ ਦਸਮ ਬਾਣੀ ਤੇ ਇਤਿਹਾਸ ਨੂੰ ਖੰਡਿਤ ਕਰ ਦੋਗੇ ਤੁਸੀਂ। ਸੋ ਖਿਆਲ ਰੱਖਿਆ ਕਰੋ, ਸਾਡਾ ਬਾਪ ਇੱਕ ਹੀ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ग्रंथ सतगुर जागता है देव, पोथी परमेश्वर का थान। पर इस गल का ख्याल भी रखियो कि 10 पातशाहियां दी जोत एक सी, जोत ओहा जुगत साई सह काया फेर पलटिए। ते 10 जामियां विच बचन भी इक्के ही रुतबे वाले कीते उन्हां। गुरु नानक साहब नूं सिखां पुछया, भाई लालो हुण आए बोल के दे ने? कहंदे जैसी मैं आवे खसम की बाणी तैसड़ा करी, ज्ञान वे लालो जामा बदलिया। 5वें जामे तो पुछया गुरु अर्जन साहब बाणी किस दी है? कहंदे हूँ आपों बोल ना जानदा मैं कहया सब, हुकमाओ जीओ। अज 10वां जामा गुरु गोबिंद कोलों पुछया सिंघां ने, महाराज बाणी किस दी है? ते 10वीं बाणी दे पाक बोल सन, जो निज प्रभ मोह सो कहा सो कह्यो जग माहे। दसो तिन्ना पातशाहियां दे अल्फाजां च की अंतर है? भाषा का अंतर है, अर्थ इको ही है भी सारे आंदे खसम दे बोल ने, असीं लियाउण वाले उहदे सरगुण रूप हाँ। इतिहास ते दसम बाणी इन्हां दा अदब असीं गुरु की पाक बाणी वांग करते हाँ, क्योंकि बाणी दी होंद इतिहास विच दर्ज है भी कदों ते किवें होंद विच आई, कित्थों कित्थों बाणी इकत्तर होई, किवें बाबा मोहन जी तो पोथियां गुरु अर्जन साहब लिआए। ते जिहड़ियां कौमां इतिहास भुल जांदियां ने उन्हां दा वजूद मिट्टी हो जाता है। अज सारे बैठे जी 338वां जन्म दिहाड़ा माता साहिब कौर जी दा मनाउणा। हुण गुरु ग्रंथ साहिब महाराज विच ते जिक्र नहीं, वो कित्थे लभेगा? वो कवि संतोख सिंह दे सूरज प्रकाश अंदर 5ਵੀਂ रुत पढ़ो ਤੁਹਾਨੂੰ ਲੱਭ ਜਾਵੇਗਾ। इदां जितने भी गुरु परिवार ने, साहिबजादे ने, ਜਾਂ ਜਿਹੜੇ ਹਜ਼ਾਰਾਂ ਲੱਖਾਂ ਸਾਡੇ ਸ਼ਹੀਦ ਨੇ, ਉਹਨਾਂ ਦੀ जितनी भी रूहानियत है, बरकत है, अजमत है, वो कवि संतोख सिंह दी कलम ने चितरी है। सो इतिहास का अदब करया करो। गुरु के परिवार, गुरु पातशाहियां का इतिहास ਤੁਹਾਨੂੰ ਉੱਥੋਂ ਲੱਭੇਗਾ। नाले साडे गुरु ग्रंथ साहिब ने कहा, मैं फिर दोहरा देवां, सुन साखी मन जप प्यार। दीन दुनिया दे मालक गुरु गोबिंद सिंह सच्चे पातशाह दे पाक महल किवें बने माता साहिब कौर जी 1757 दे विच माता पिता दे नाल पोठोहार दियां संगतां दे नाल कवि संतोख सिंह जी कहंदे भरे दरबार अंदर आए। ते जदों दरबार दे अंदर गुरु पातशाह दे दीदारे कीते, माता जी दे पिता ने शीश नवा के सिर झुका के सिजदा करके डंडौत करके संगतां समेत बेनती कीती। कहंदे ऐ महाराज, घर दे विच औलाद नहीं सी, गुरु नानक निरंकारी दी कदम बोसी कीती, उहदे दर ते सेवा कीती, इस सुपुत्री दा आगाज होया। माता जी दा एक भाई भी सी, भैन भाई सने दोने। दीन दुनिया दे मालक गुरु गोबिंद सिंह पातशाह नूं बेनती कीती ते गुरु किया ने ये दात दिती है, साहिब ने दिती ते नाम ही साहिब दे भी रखिया सी। ते महाराज बच्ची दा भी फुरना है, तुहाडी मानत है ते तुसीं किरपा करके साडी लखते जिगर नूं इस बच्ची नूं प्रवान कर लवो, अपने महल बना लवो।
ਇਹਨਾਂ ਦਾ ਡੋਲਾ ਤੁਸੀਂ ਲੈ ਲਵੋ। ਬੇਨਤੀ ਕੀਤੀ ਗਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ 2 ਮਹਿਲ ਨੇ, ਮਾਤਾ ਸੁੰਦਰ ਕੌਰ ਤੇ ਮਾਤਾ ਜੀਤੋ ਜੀ। 4 ਲਖਤੇ ਜਿਗਰ ਨੇ, ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਅਸੀਂ ਹੁਣ ਆਨੰਦ ਕਾਰਜ ਨਹੀਂ ਕਰਵਾ ਸਕਦੇ। ਗ੍ਰਸਥ ਨੂੰ ਸੰਕੋਚ ਲਿਆ, ਬ੍ਰਹਮਚਰਯ ਧਾਰਨ ਕਰ ਲਿਆ। ਹੁਣ ਵੇਖੋ ਭਾਵਨਾ ਉਸ ਪਰਿਵਾਰ ਦੀ। ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਕ ਬੋਲ ਹੈ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਇਹ ਤੁਹਾਡੀ ਮਾਨਤਾ ਹੈ। ਔਰ ਪਹਿਲੇ ਦਿਨ ਤੋਂ ਇਹਨਾਂ ਨੂੰ ਸਾਰੇ ਮਾਤਾ ਜੀ ਕਹਿ ਕੇ ਪੁਕਾਰਦੇ ਨੇ ਵੀ ਗੁਰੂ ਕਿਆਂ ਦੀ ਮਾਨਤਾ ਹੈ। ਪਹਿਲੇ ਦਿਨ ਤੋਂ ਸਾਡੀ ਸਾਰੇ ਪਰਿਵਾਰ ਦੀ ਭਾਵਨਾ ਹੈ, ਐ ਗੁਰੂ ਗੋਬਿੰਦ ਸਿੰਘ ਚਾਹੇ ਮਹਿਲਾਂ ਵਿੱਚ ਰੱਖੋ, ਚਾਹੇ ਮਹਿਲ ਦੇ ਵਿੱਚ ਜਗ੍ਹਾ ਦੇ ਦਿਓ, ਚਾਹੇ ਮਹਿਲ ਵਿੱਚ ਰੱਖੋ, ਚਾਹੇ ਟਹਿਲ ਵਿੱਚ ਰੱਖੋ, ਹੁਣ ਹੈ ਤੁਹਾਡੇ ਦਰ ਦੀ ਸੇਵਾ। ਇਹ ਵਚਨ ਕੀਤੇ ਪਰਿਵਾਰ ਨੇ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਸ ਮਹਾਪੁਰਸ਼ ਨੇ 5ਵੀਂ ਰੁੱਤ ਦੇ ਵਿੱਚ ਅੰਸ਼ੂ ਪਹਿਲਾ ਉਸ ਪਾਕ ਅਧਿਆਏ ਦੇ ਵਿੱਚ ਇਸ ਵਾਰਤਾਲਾਪ ਨੂੰ ਉਜਾਗਰ ਕੀਤਾ ਕਵੀ ਸੰਤੋਖ ਸਿੰਘ ਨੇ। ਕਹਿੰਦੇ ਜਬ ਤੇ ਮੈਂ ਉਰ ਮੈਂ ਇਮ ਧਾਰੀ, ਜਬ ਤੇ ਮੈਂ ਉਰ ਮੈਂ ਇਮ ਧਾਰੀ, ਕੰਨਿਆ ਗੁਰ ਕੋ ਅਰਪਣ ਕਰੀ। ਇੱਕ ਭਾਵਨਾ ਹੈ, ਇਹ ਜਿਹੜੀ ਕੰਨਿਆ ਹੈ ਪਹਿਲੇ ਦਿਨ ਤੋਂ ਹਿਰਦੇ ਵਿੱਚ ਧਾਰਿਆ ਸੀ, ਆਇਆ ਗੁਰੂ ਗੋਬਿੰਦ ਸਿੰਘ ਤੁਹਾਡੇ ਦਰ ਤੇ ਅਰਪਿਤ ਕਰਨੀ ਹੈ। ਕਹਿੰਦੇ ਉਦੋਂ ਤੋਂ ਇਸ ਦੁਨੀਆ ਨੇ ਤਬ ਕੀ ਮਾਤਾ ਸਮ ਸਭ ਕੇਰੀ, ਤਬ ਕੀ ਮਾਤਾ ਸਮ ਸਭ ਕੇਰੀ, ਮਨ ਸੋ ਭਾਵਨਾ ਕੀਨ ਵਡੇਰੀ। ਸਾਰੇ ਮਾਤਾ ਜੀ ਕਹਿ ਕੇ ਦਾ ਅਦਬ ਕਰਦੇ ਨੇ। ਸਾਰਿਆਂ ਨੇ ਇਹ ਭਾਵਨਾ ਰੱਖੀ ਹੈ, ਅਬ ਮਮ ਘਰ ਮੈਂ ਰਹਿ ਕੁਆਰੀ। ਜੇ ਤੁਸੀਂ ਪ੍ਰਵਾਨ ਨਾ ਕੀਤਾ ਤੇ ਤੁਹਾਡਾ ਨਾਮ ਜਪਦਿਆਂ ਹੀ ਜੀਵਨ ਬਤੀਤ ਕਰੇਗੀ। ਹੁਣ ਇਹਨੇ ਕਿਸੇ ਨਾਲ ਵਿਆਹ ਨਹੀਂ ਕਰਾਉਣਾ। ਬੱਚੀ ਦੇ ਮਨ ਦੀ ਭਾਵਨਾ ਹੈ, ਅਬ ਮਮ ਘਰ ਮੈਂ ਰਹਿ ਕੁਮਾਰੀ। ਐ ਦੀਨ ਦੁਨੀਆ ਦੇ ਮਾਲਕ ਕੋ ਕਰ ਸਕੈ ਨਾ ਅੰਗੀਕਾਰੀ। ਤੁਸੀਂ ਇਹਨੂੰ ਵਿਆਹ ਲਵੋ, ਹੁਣ ਇਹ ਕਿਸੇ ਨੂੰ ਪ੍ਰਵਾਨ ਨਹੀਂ ਕਰੇਗੀ, ਕਿਸੇ ਵਰ ਨੂੰ ਅੰਗੀਕਾਰ ਨਹੀਂ ਕਰੇਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ, ਜਾਂ ਤੇ ਆਪ ਕਿਰਪਾ ਉਰ ਧਰਿਐ। ਵੇਖੋ ਗੁਰੂ ਅੱਗੇ ਤਰਲਾ ਹੀ ਹੁੰਦਾ ਹੈ, ਜ਼ੋਰ ਨਹੀਂ ਕਿਸੇ ਦਾ ਚੱਲਦਾ। ਮਹਾਰਾਜ ਕਹਿੰਦੇ, ਜਾਂ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਹ ਪਰਿਵਾਰ ਕਹਿੰਦਾ, ਕਵੀ ਸੰਤੋਖ ਸਿੰਘ ਮਹਾਰਾਜ ਦੀ ਪੁਰਜ਼ੋਰ ਕਲਮ ਕਹਿੰਦੀ ਹੈ, ਜਾਂ ਤੇ ਆਪ ਗੁਰੂ ਗੋਬਿੰਦ ਸਿੰਘ ਨੂੰ ਪਰਿਵਾਰ ਕਹਿ ਰਿਹਾ ਹੈ, ਜਾਂ ਤੇ ਆਪ ਕਿਰਪਾ ਉਰ ਧਰਿਆ ਹੈ, ਅੰਗੀਕਾਰ ਸੁਤਾ ਮਮ ਕਰਿਆ ਹੈ। ਸਾਡੀ ਬਚੜੀ ਨੂੰ ਅੰਗੀਕਾਰ ਕਰ ਲਵੋ। ਗੁਰੂ ਸਾਹਿਬ ਨੇ ਸੰਗਤਾਂ ਸਮੇਤ ਪਰਿਵਾਰ ਦੇ ਅੰਦਰ ਪ੍ਰੇਮ ਵੇਖਿਆ ਤੇ ਸੰਗਤਾਂ ਇਹ ਤਰਲਾ ਲੈ ਰਹੀਆਂ ਸਨ। ਇੱਕ ਬਾਣੀ ਦਾ ਬੜਾ ਪਾਕ ਬੋਲ ਹੈ, ਵੈਸੇ ਤੇ ਸਾਰੇ ਹੀ ਚਾਹੁੰਦੇ ਆ ਰੱਬ ਖਸਮ ਮਿਲੇ, ਸਾਰੇ ਹੀ ਜਪਦੇ ਆ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਹਾਰੇ। ਹੁਣ ਰਾਜੇ ਦੇ ਦਰ ਤੇ ਤੁਸੀਂ ਖਲੋ ਜਾਓ। ਸਾਰਿਆਂ ਦੀ ਇੱਛਾ ਹੈ ਰਾਜਾ ਦਿਦਾਰੇ ਦਵੇ, ਤਰਲਾ ਤੇ ਲਿਆ ਜਾ ਸਕਦਾ ਹੈ। ਇਹ ਮਰਜ਼ੀ ਰਾਜੇ ਦੀ ਹੈ ਵੀ ਹਲਕਾਰੇ ਨੂੰ ਘੱਲ ਕੇ ਅੰਦਰ ਕਿਸ ਨੂੰ ਸੱਦੇਗਾ। ਸਾਰੇ ਹੀ ਚਾਹੁੰਦੇ ਨੇ ਪਰਮਾਤਮਾ ਖਸਮ ਦੇ ਰੂਪ ਵਿੱਚ ਮਿਲ ਜਾਵੇ, ਰੱਬ ਵਰਗਾ ਖਸਮ ਹੋਵੇ। ਪਰ ਜਿਨ੍ਹਾਂ ਦੀ ਬੰਦਗੀ ਪ੍ਰਵਾਨ ਹੋਵੇ ਉਹਨਾਂ ਨੂੰ ਹੀ ਰੱਬ ਵਰਗਾ ਖਸਮ ਮਿਲਦਾ ਹੈ। ਕਈ ਆਖ ਦਿੰਦੇ ਲੈ ਇਹ ਤੇ ਐਵੇਂ ਇਤਿਹਾਸਕਾਰਾਂ ਲਿਖਤਾ। ਸਿੱਖਾਂ ਨੂੰ ਤੇ ਹੁਕਮ ਹੈ ਇੱਕ ਵਿਆਹ ਕਰਵਾਉਣ ਦਾ, ਤੇ ਗੁਰੂ ਸਾਹਿਬ ਦੇ 3 ਨੇ, ਤੇ ਤੂੰ ਆਪਣੇ ਮਰਾਤਬੇ ਨੂੰ ਗੁਰੂ ਦੇ ਬਰਾਬਰ ਸਮਝਦਾ ਹੈ। ਇਹ ਜੰਮਦਾ ਲਿਫਾਫਾ ਹੁਣ ਗੁਰੂ ਗੋਬਿੰਦ ਸਿੰਘ ਦਾ ਬਰਾਬਰ ਹੋ ਗਿਆ, ਮੁਕਾਬਲਾ ਕਰੇਗਾ। ਉਹ ਖੁਦ ਖੁਦਾ ਹੈ, ਆਪਣੀ ਹਸਤੀ ਕੀਟ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ। ਰੱਬ ਕਿਸੇ ਮਰਿਆਦਾ ਦਾ ਬੱਝਾ ਨਹੀਂ ਹੁੰਦਾ।
ਪ੍ਰਿੰਸੀਪਲ ਕਿਸੇ ਲਾਅ ਦਾ ਬੱਚਾ ਨਹੀਂ ਹੁੰਦਾ, ਸਕੂਲਾਂ ਕਾਲਜਾਂ ਦੇ ਲਾਅ ਵਿਦਿਆਰਥੀਆਂ ਲਈ ਹੁੰਦੇ ਨੇ। ਉਹਨੂੰ ਲੱਖਾਂ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਵਰਗਾ ਖਸਮ ਮਿਲੇ, ਪਰ 3 ਮਾਈਆਂ ਪ੍ਰਵਾਨ ਹੋਈਆਂ, ਤਿੰਨਾਂ ਦੀ ਬੰਦਗੀ ਪ੍ਰਵਾਨ ਹੋਈ। ਤੇ ਤੂੰ ਛੱਡ ਖਹਿੜਾ, ਗੁਰੂ ਕੀ ਕਰ ਸਕਦਾ ਹੈ, ਤੇਰੇ ਵੱਸੋਂ ਬਾਹਰ ਹੈ। ਕੰਪੈਰੀਜ਼ਨ ਗੁਰੂ ਦੇ ਤੁੱਲ ਆਪਣੇ ਆਪ ਨੂੰ ਨਾ ਰੱਖ। ਕਦੇ ਧਿਆਨ ਨਾਲ ਬਾਣੀ ਪੜ੍ਹੀ, ਗੁਰ ਕੀ ਕਰਨੀ ਕਾ ਹੈ ਧਾਵੋ। ਗੁਰੂ ਕੀ ਕਰਦਾ ਹੈ, ਉਸ ਕਰਨੀ ਦੇ ਬਰਾਬਰ ਕਰਨੀ ਕਰਨ ਲਈ ਦੌੜ ਭੱਜ ਛੱਡ ਦੇ, ਤੂੰ ਨਹੀਂ ਕਰ ਪਾਵੇਂਗਾ। ਗੁਰੂ ਆਜ਼ਾਦ ਹਸਤੀ ਹੈ, ਗੁਰੂ ਕਿਸੇ ਮਰਿਆਦਾ ਦਾ ਬੱਝਾ ਨਹੀਂ। ਇਹ ਮਰਿਆਦਾ ਤੁਹਾਡੇ ਸਾਡੇ ਲਈ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਸਾਨੂੰ ਰੱਬ ਤਾਈਂ ਪਹੁੰਚਾਉਣ ਲਈ ਹੈ। ਤੇ ਰੱਬ ਕੌਣ ਹੈ? ਗੁਰ ਪਰਮੇਸ਼ਰ ਏਕੋ ਜਾਣ ਬਰਦੋ ਆਲਮ ਸ਼ਾਹਾ ਗੁਰੂ ਗੋਬਿੰਦ ਸਿੰਘ। ਰੱਬ ਗੁਰੂ ਗੋਬਿੰਦ ਸਿੰਘ ਹੈ, ਉਹ ਕਿਸੇ ਮਰਿਆਦਾ ਦਾ ਨਹੀਂ ਬੱਝਾ। ਉਹਨੂੰ ਸਾਰੇ ਹੀ ਕੀਰਨੇ ਪਾ ਕੇ ਇਹ ਗੱਲ ਕਹਿੰਦੇ ਨੇ, ਚਾਹੇ ਇਸਤਰੀਆਂ ਨੇ। ਵੈਸੇ ਤੇ ਬਾਣੀ ਕਹਿੰਦੀ ਹੈ ਜਿਤਨੀ ਲੁਕਾਈ ਹੈ ਸਾਰੀ ਇਸਤਰੀ ਜਾਤ ਹੈ ਰੱਬ ਦੇ ਅੱਗੇ। ਤੇ ਸਾਰੇ ਹੀ ਆਪਾਂ ਤਰਲੇ ਲੈਨੇ ਆ, ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ